खास खबर के प्रस्तुत करता है न्यूट्रेला किड्स सुपरफूड। 4 से 12 बरस के बच्चों के विकास के लिए ICMR गाइडलाइंस के अनुसार एडवांस फार्मूला न्यूट्रिशेंट और डॉक्टर ऑर्थो आयुर्वेदिक ऑयल एंड कैप्सूल, जोड़ों के दर्द की बेजोड़ दवा। पंजाब के मुख्यमंत्री लगातार एक्शन विच नजर आ रहे हैं। सीएम चन्नी ने सद्दी कैबिनेट की बैठक, कर सकते वड्डा ऐलान। पंजाब प्रदेश कांग्रेस के प्रधान नवजोत सिंह सिद्धू दर्शन करने लई करतारपुर कॉरीडोर डेरा बाबा नानक पहुंचे। लांघा खोलण दा कीती अपील। पंजाब च विधान सभा चोणां तो पहला अकाली दल की धार्मिक स्थानां की यात्रा जारी। अज राजस्थान बालाजी के दरबार च नतमस्तक होए सुखबीर बादल। बेअदबी मामले गुरमीत राम रहीम तो SIT ने की पुछगिछ। करीब 10 घंटे तक की गई पुछगिछ। सत श्री अकाल जी, तुसीं वेख रहे हो इंडिया न्यूज़ पंजाब ते मैं हां तुहाडे नाल तमन्ना अरोड़ा। बुलेटिन की शुरुआत करांगे। DAP खाद नूं लैके पंजाब दे मोगा विच कीर्ति किसान यूनियन वालों DC दफ्तर के बाहर प्रदर्शन कर अपना रोष जाहिर किया गया। विच किसानां वालों रोष प्रदर्शन किया गया ते DAP खाद नूं लैके कीर्ति किसान यूनियन वालों यह प्रदर्शन किया गया। DC दफ्तर के बाहर अपने रोष का प्रगटावा किया गया। DAP खाद उपलब्ध करो, जो दुकाना ते काला बाजारी हो रही DAP दी बंद करो। ਅਸੀਂ ਮੌਜੂਦਾ ਇਸ ਵਕਤ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਕਿਸਾਨ ਜਥੇ ਮਤਲਬ ਕੀਰਤੀ ਕਿਸਾਨ ਯੂਨੀਅਨ ਵੱਲੋਂ ਇਸ ਜਗ੍ਹਾ ਦੇ ਉੱਤੇ ਇੱਕ ਮੰਗ ਪੱਤਰ ਦਿੱਤਾ ਗਿਆ। ਆਪਣੀਆਂ ਮੰਗਾਂ DAP ਖਾਦ ਨੂੰ ਲੈ ਕੇ ਕੁਝ ਹੋਰ ਵੀ ਇਹਨਾਂ ਦੀਆਂ ਪ੍ਰੋਬਲਮਸ ਆ ਕਿਤੇ ਕੱਲ੍ਹ ਦੀ ਲੈਟਰ ਆਈ ਇਹਨਾਂ ਕੋਲੇ ਕਿ ਮੰਡੀਆਂ ਵੀ ਕੱਲ੍ਹ ਤੋਂ ਬੰਦ ਹੋਣ ਜਾ ਰਹੀਆਂ ਕਿ ਝੋਨਾ ਹਾਲੇ ਵੀ ਮੰਡੀਆਂ ਵਿੱਚ ਪਿਆ ਹੈ। ਗੱਲ ਕਰਨ ਇਸ ਬਾਰੇ ਕੀ ਕਹਿਣਾ, ਕੀ ਨਾਮ ਹੈ ਤੁਹਾਡਾ? ਮੈਂ ਜੀ ਪ੍ਰਗਟ ਸਿੰਘ ਸਾਪੂ ਵਾਲਾ, ਜ਼ਿਲ੍ਹਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ। ਪ੍ਰਗਟ ਸਿੰਘ ਜੀ, ਅੱਜ ਤੁਸੀਂ ਇੱਥੇ DC ਦਫ਼ਤਰ ਆਏ ਹੋ, ਕਿਸ ਮੰਗ ਤੋਂ ਲੈ ਕੇ ਆਏ? ਅੱਜ ਅਸੀਂ DC ਦਫ਼ਤਰ ਦੀਆਂ ਸਾਡੀਆਂ ਮੇਨ 4-5 ਮੰਗਾਂ, ਜਿਸ ਚੋਂ ਪਹਿਲੀ ਮੰਗ ਹੈਗੀ ਹੈ ਵੀ DAP ਦਾ ਜਿਹੜਾ ਰੈਕ ਇੱਥੇ ਲੱਗਾ, ਸਾਨੂੰ ਸੂਚਨਾ ਮਿਲੀ ਹੈ ਕਿਤੋਂ ਵੀ ਇਹ ਕਿਤੇ ਹੋਰ ਜਾ ਰਿਹਾ ਹੈ। ਹਾਲਾਂਕਿ ਮੋਗੇ ਜ਼ਿਲ੍ਹੇ ਦਾ ਰੈਕ ਆ ਅਸੀਂ ਉਹ ਰੈਕ ਪਾਸੇ ਨਹੀਂ ਜਾਣ ਦੇਵਾਂਗੇ। ਦੂਜੀ ਮੰਗ ਹੈਗੀ ਵੀ ਜਿਹੜੀਆਂ ਕੱਲ੍ਹ ਤੋਂ ਇਹ ਸਰਕਾਰੀ ਮੰਡੀਆਂ ਬੰਦ ਕਰਨ ਲੱਗੇ ਆ, ਹਜੇ ਝੋਨਾ ਕਿਸਾਨਾਂ ਦਾ ਬਹੁਤ ਸਾਰਾ ਖੇਤਾਂ 'ਚ ਖੜਾ ਕਿਉਂਕਿ ਮੌਸਮ ਦੀ ਖਰਾਬੀ ਹੋਣ ਕਾਰਨ ਉਹ ਵੱਢਿਆ ਨਹੀਂ ਗਿਆ, ਉਹ ਮੰਡੀਆਂ ਨਾ ਬੰਦ ਕੀਤੀਆਂ ਜਾਣ। ਤੀਜੀ ਹੈਗੀ ਸਾਡੀ ਮੰਗ ਵੀ ਜਿਹੜੀ ਖਾਦ ਆ ਇਹ ਪਿੰਡਾਂ 'ਚ ਸੁਸਾਇਟੀਆਂ ਨੂੰ ਦਿੱਤੀ ਜਾਵੇ, ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਵੰਡੀ ਜਾਵੇ। ਤੇ ਦੂਜੀ ਹੈਗੀ ਹੈ, ਚੌਥੀ ਮੰਗ ਇਹ ਹੈ ਵੀ ਜਿਹੜੀ ਕਾਲਾ ਬਾਜ਼ਾਰੀ ਅੱਜ ਕਰ ਰਹੇ ਆ ਦੁਕਾਨਦਾਰ, ਜਿਹੜੀ DAP ਹੈ ਬਲੈਕ 'ਚ ਵੇਚ ਰਹੇ ਆ, ਉਹਨਾਂ ਦਾ ਖੇਤੀਬਾੜੀ ਤੇ DC ਵਿਭਾਗ ਨੂੰ ਇਹ ਕਹਿਣਾ ਹੈ ਵੀ ਉਹਨਾਂ ਦੇ ਜਿਹੜੇ ਸਟੋਰ ਆ ਉਹ ਚੈੱਕ ਕੀਤੇ ਜਾਣ, ਕਿਉਂਕਿ ਉਹ ਸਟੋਰਾਂ 'ਚ ਜਮ੍ਹਾਂ ਕਰੀ ਬੈਠੇ ਆ ਤੇ ਬਲੈਕ 'ਚ ਵੇਚਦੇ ਆ। ਜਿਹੜਾ DAP ਖਾਦ ਦਾ ਰੇਟ ਆ ਪਹਿਲਾਂ ਕੀ ਸੀ, ਹੁਣ ਕੀ ਹੈ ਤੇ ਬਲੈਕ 'ਚ ਕੀ ਮਿਲਦਾ ਪਿਆ ਰੇਟ ਆਪਾਂ? ਜਿਹੜਾ ਖਾਦ ਦਾ ਰੇਟ ਹੈ ਉਹ 1200 ਰੁਪਈਆ ਹੈਗਾ ਤੇ ਬਲੈਕ 'ਚ ਉਹ 2000 ਤੱਕ ਵੀ ਵੇਚ ਰਹੇ ਆ। ਤੁਹਾਨੂੰ 2000 ਲੈਣਾ ਪੈਂਦਾ ਆ? ਹਾਂ, ਸਾਨੂੰ ਉਹ ਦੱਸਿਆ ਕਿਸਾਨਾਂ ਨੇ, ਕਿਉਂਕਿ ਬਾਗੇ ਪੁਰਾਣੇ ਮੈਂ ਕੱਲ ਗਿਆ ਸੀ, ਇੱਕ ਕਿਸਾਨ ਨੇ ਉਹਨੂੰ ਕਿਹਾ ਸੀ ਵੀ ਮੈਨੂੰ 1500 ਦੀ ਬੋਰੀ ਦੇ ਦੇ, ਪਰ ਉਹਨੇ ਕਿਹਾ ਦੁਕਾਨਦਾਰ ਨੇ ਦਿੱਤੀ ਨਹੀਂ, ਉਹ ਕਹਿੰਦਾ ਮੈਂ 2000 ਲੈਣਾ, ਫਿਰ ਜਿੰਨੀਆਂ ਮਰਜ਼ੀ ਲੈ ਲਓ। ਕੀ ਕਾਰਨ ਸਮਝਦੇ ਹੋ DAP ਖਾਦ ਦਾ ਜਿਹੜਾ ਕਿ ਕਿੱਲਤ ਆ ਰਹੀ ਆ ਆਪਾਂ ਨੂੰ? ਇਹਦਾ ਕਾਰਨ ਮੇਨ ਤਾਂ ਇਹ ਹੈ ਵੀ ਜਿਹੜੀ ਕਮਾਂਤਰੀ ਮੰਡੀ ਹੈ ਨਾ, ਉਹਦੇ 'ਚ DAP ਖਾਦ ਦੇ ਜਾਂ ਦੂਜੀਆਂ ਖਾਦਾਂ ਦੇ ਰੇਟ ਵੱਧ ਗਏ, ਇਸ ਕਰਕੇ ਇਹ ਦਿੱਕਤ ਆ ਰਹੀ ਹੈ। ਦਿੱਕਤ ਰੇਟ ਕਰਕੇ ਆਉਂਦੀ ਪਈ। ਕੀ ਨਾਮ ਹੈ ਤੁਹਾਡਾ? ਹਾਂ, ਜਸਮੇਤ ਸਿੰਘ, ਬਲਾਕ ਸਕੱਤਰ ਬਾਘਾ ਪੁਰਾਣਾ ਕਿਰਤੀ ਕਿਸਾਨ ਯੂਨੀਅਨ। ਬਾਗੇ ਪੁਰਾਣੇ ਦੀ ਗੱਲ ਕੀਤੀ ਆ, ਸਰਦਾਰ ਜੀ ਬਾਗੇ ਪੁਰਾਣੇ ਵੀ ਕਿਸਾਨ ਗਿਆ ਸੀ 1500 ਦਿੰਦੇ ਪਏ, ਜਿਹੜੇ ਮੰਗਿਆ ਸੀ 2000 ਦਿੰਦੇ ਪਏ ਆ। ਕੀ ਕਾਰਨ ਸਮਝਦੇ ਹੋ ਕਿਉਂ ਮਹਿੰਗੀ ਦੇ ਰਹੇ? ਇਹ ਕਿਉਂਕਿ ਇਹ ਕਾਲਾ ਬਾਜ਼ਾਰੀ ਇੱਕ ਤਾਂ ਜੀ ਪਹਿਲਾਂ ਸੀਗੀ 80% ਸੁਸਾਇਟੀਆਂ ਨੂੰ ਦੇ ਰਹੇ ਸੀ, 20% ਸੀ ਜਿਹੜੀ ਆਪਣੇ ਦੁਕਾਨਾਂ ਵਾਲੇ ਵਿਕਰੀ ਕਰਦੇ ਸੀ। ਇਹਨਾਂ ਦੀ ਜਿਹੜੀ ਸਰਕਾਰ ਨੇ ਆ ਉਹ 50% ਕਰਕੇ 50-50 ਕਰਤੀ ਜੀ। ਉਹਦੇ ਜਿਹੜੀ ਸੁਸਾਇਟੀ ਤੇ ਖਾਦ ਆਉਣੀ ਆ ਉਹ ਸੁਸਾਇਟੀ ਤੇ ਖਾਦ ਆ ਨਹੀਂ ਰਹੀ, ਉਹ ਕਾਲਾ ਬਾਜ਼ਾਰੀ ਤੌਰ ਦੁਕਾਨਾਂ ਤੇ ਵੇਚ ਰਹੇ ਆ ਜ਼ਿਆਦਾ।
ਉਹ 1500 ਵੀ ਲਾ ਰਹੇ ਆ, 2000 1800 ਤੱਕ ਗੱਟਾ ਦੇ ਰਹੇ ਆ। ਕਿਸਾਨਾਂ ਨੂੰ ਮਜਬੂਰ ਹੋ ਕੇ ਵੀ ਲੈਣੀ ਪੈ ਰਹੀ ਆ। ਸਾਨੂੰ ਅੱਜ ਉਮੀਦ ਆ ਇੱਥੇ ਰੈਕ ਲੱਗਣਾ, ਉਸ ਦੇ ਸਬੰਧ ਵਿੱਚ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ। ਜੇਕਰ ਸਾਡੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਅਸੀਂ ਸੰਘਰਸ਼ ਆਪਣਾ ਤੇਜ਼ ਕਰਾਂਗੇ ਤੇ ਆਪਣਾ ਹੋ ਸਕਦਾ ਅਸੀਂ ਰੈਕ ਤੇ ਵੀ ਧਰਨਾ ਲਗਾਵਾਂਗੇ। ਜਾਂ ਰੈਕ ਵੀ ਬਦਲਿਆ ਜਾ ਰਿਹਾ, ਸਰਦਾਰ ਜੀ ਕਹਿੰਦੇ ਮਤਲਬ ਪ੍ਰਧਾਨ ਜੀ ਕਹਿੰਦੇ ਰੈਕ ਬਦਲਿਆ ਜਾ ਰਿਹਾ ਇੱਥੋਂ। ਰੈਕ ਜੋ ਪਹਿਲਾਂ ਮੋਗੇ ਦੇ ਵਿੱਚ ਪਹਿਲਾਂ ਆਇਆ ਸੀ, ਜੋ ਰੈਕ ਮੋਗੇ ਨੂੰ ਮਿਲਣਾ ਸੀਗਾ ਜੀ, ਮੋਗੇ ਜ਼ਿਲ੍ਹੇ ਦੇ ਸਾਰੇ ਨੂੰ, ਉਹ ਰੈਕ ਇੱਥੋਂ ਕੋਈ ਮੰਤਰੀ ਪੱਟ ਕੇ ਆਪਦੇ ਏਰੀਏ 'ਚ ਲੈ ਗਿਆ ਜੀ। ਉਹ ਕਿਉਂਕਿ ਮੋਗਾ ਜ਼ਿਲ੍ਹਾ ਨੂੰ ਹਜੇ ਖਾਦ ਨਹੀਂ ਮਿਲੀ। ਮੋਗੇ ਜ਼ਿਲ੍ਹੇ 'ਚ ਜਿਵੇਂ ਸਾਡੇ ਇਕੱਲੇ ਰਾਜਾਣੇ ਪਿੰਡ 'ਚ 45 ਗੱਟਾ ਲੱਗਦਾ ਹੈ, ਉਹਦੇ ਵਿੱਚ ਸਾਡੇ ਹਜੇ 500 ਗੱਟਾ 550 ਗੱਟਾ ਹੀ ਮਿਲਿਆ। ਹੋਰ ਵੀ ਪਿੰਡਾਂ 'ਚ ਹਰੇਕ ਪਿੰਡ 'ਚ ਇਹ 500 1000 ਗੱਟਾ ਇੰਨਾ ਹੀ ਮਿਲਿਆ ਜੀ। ਬਾਕੀ ਦੁਕਾਨਾਂ ਤੇ ਫੁੱਲ ਕਾਲਾ ਬਾਜ਼ਾਰੀ ਹੋ ਰਹੀ ਹੈ। ਇਹ ਸਭ ਪੰਜਾਬ ਸਰਕਾਰ ਦੀ ਲੀਡਰਾਂ ਦੀ ਮਿਲੀ ਭੁਗਤ ਹੈ। ਅਸੀਂ ਇਹ ਕਾਲਾ ਬਾਜ਼ਾਰੀ ਨਹੀਂ ਹੋਣ ਦੇਵਾਂਗੇ। ਕਿਸਾਨਾਂ ਦਾ ਹੱਕ ਆ ਜੋ ਕਿਸਾਨਾਂ ਨੂੰ ਮਿਲਣਾ ਚਾਹੀਦਾ। ਜਿਹੜੀ ਬਾਕੀ ਮੰਡੀਆਂ ਦੀ ਇਹ ਗੱਲ ਹੈ ਜੀ, ਝੋਨੇ ਦੀ ਇਹਨਾਂ ਨੇ ਕਹਿ ਰਹੇ ਕੱਲ ਨੂੰ ਬੰਦ ਕਰ ਰਹੇ ਆ। ਇਹ ਇਸ ਕਰਕੇ ਬੰਦ ਕਰ ਰਹੇ ਆ, ਇਸ ਕਰਕੇ ਡੀਏਪੀ ਬੰਦ ਇਹਨਾਂ ਨੇ ਕੀਤੀ ਹੈ ਕਿ ਕਿਸਾਨ ਅੰਦੋਲਨ ਦੇ ਵਿੱਚ ਨਾ ਪਹੁੰਚ ਸਕਣ। ਕਿਸਾਨ ਇੱਥੇ ਕਣਕਾਂ ਦੀ ਬਿਜਾਈ ਦੇ ਵਿੱਚ ਤੇ ਝੋਨੇ ਦੇ ਵਿੱਚ ਹੀ ਉਲਝ ਕੇ ਰਹਿ ਜਾਣ। ਉਹ ਜਿਹੜਾ ਸੰਯੁਕਤ ਮੋਰਚਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਉਹ ਕਮਜ਼ੋਰ ਪੈ ਜਾਵੇ, ਪਰੰਤੂ ਅਸੀਂ ਕਮਜ਼ੋਰ ਨਹੀਂ ਪੈਣ ਦੇਵਾਂਗੇ। ਅਸੀਂ ਹਰ ਜੰਗ ਲੜਨ ਲਈ ਤਿਆਰ ਹਾਂ, ਆਪਣੇ ਹੱਕਾਂ ਦੀ ਖਾਤਰ ਲੜਨ ਲਈ ਤਿਆਰ ਹਾਂ। ਬਿਲਕੁਲ ਜੀ, ਮੋਗੇ ਜਿਹੜਾ ਰੈਕ ਬਣਾਇਆ ਗਿਆ ਸੀ ਉਹ ਵੀ ਵਾਪਸ ਲੈ ਕੇ ਜਾ ਰਹੇ ਆ। ਕਿਤੇ ਕੇਂਦਰ ਸਰਕਾਰ ਦੇ ਵਿੱਚ ਜਿਹੜਾ ਕਿ ਕਿਸਾਨੀ ਮੋਰਚਾ ਲੱਗਾ ਹੋਇਆ ਉਸ ਨੂੰ ਵੀ ਫਾਇਦਾ ਪਹੁੰਚਾਉਣ ਦੀ ਖਾਤਰ ਕਿਸਾਨਾਂ ਨੂੰ ਉਲਝਾਇਆ ਜਾ ਰਿਹਾ। ਖੇਤਾਂ ਦੇ ਵਿੱਚ ਹੀ ਕੱਲ੍ਹ ਤੋਂ ਮੰਡੀਆਂ ਬੰਦ ਕਰਨ ਦੀ ਵੀ, ਸਰਕਾਰੀ ਮੰਡੀਆਂ ਬੰਦ ਕਰਨ ਦੀ ਵੀ ਲੈਟਰ ਭੇਜੀ ਗਈ ਆ। ਅੱਜ ਡੀਸੀ ਆਫਿਸ ਦੇ ਮੂਹਰੇ ਮੰਗ ਪੱਤਰ ਲੈ ਕੇ ਕਿਸਾਨ ਜਥੇਬੰਦੀਆਂ ਨੁਮਾਇੰਦੇ ਕੀਰਤੀ ਕਿਸਾਨ ਯੂਨੀਅਨ ਵੱਲੋਂ ਇਸ ਜਗ੍ਹਾ ਤੇ ਬੈਠੇ ਹੋਏ ਨੇ। ਕੈਮਰਾਮੈਨ ਰਕੇਸ਼ ਸ਼ਾਵੜਾ ਨਾਲ ਗੁਰਦੇਵ ਪਾਮ, ਇੰਡੀਆ ਨਿਊਜ਼, ਪੰਜਾਬ, ਹਿਮਾਚਲ। ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਦੀ ਧਾਰਮਿਕ ਸਥਾਨਾਂ ਦੀ ਯਾਤਰਾ ਜਾਰੀ ਹੈ। ਅੱਜ ਰਾਜਸਥਾਨ ਬਾਲਾ ਜੀ ਦੇ ਦਰਬਾਰ ਵਿੱਚ ਸੁਖਬੀਰ ਬਾਦਲ ਨਤਮਸਤਕ ਹੋਏ ਨੇ। ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ। ਸੁਖਬੀਰ ਬਾਦਲ ਰਾਜਸਥਾਨ ਪਹੁੰਚੇ ਨੇ ਤੇ ਬਾਲਾ ਜੀ ਮੰਦਿਰ ਵਿੱਚ ਉਹ ਨਤਮਸਤਕ ਹੋਏ ਨੇ। ਚੋਣਾਂ ਤੋਂ ਪਹਿਲਾਂ ਇਹ ਧਾਰਮਿਕ ਯਾਤਰਾ ਸੁਖਬੀਰ ਬਾਦਲ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਦੌਰਾਨ ਸੁਖਬੀਰ ਬਾਦਲ ਰਾਜਸਥਾਨ ਪਹੁੰਚੇ ਨੇ ਤੇ ਬਾਲਾ ਜੀ ਮੰਦਿਰ ਵਿੱਚ ਉਹ ਨਤਮਸਤਕ ਹੋਏ ਨੇ। ਆਮ ਆਦਮੀ ਪਾਰਟੀ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ ਹੈ ਤੇ ਸਰਕਾਰ ਨੂੰ ਵੀ ਕਈ ਸਵਾਲ ਖੜੇ ਕੀਤੇ ਗਏ ਨੇ। ਉਹਨਾਂ ਕਿਹਾ ਹੈ ਕਿ ਝੋਨੇ ਦੀ ਫਸਲ ਦੀ ਖਰੀਦ ਜਾਰੀ ਰੱਖਣ ਦੀ ਮੰਗ, ਬੇਮੌਸਮੀ ਬਰਸਾਤ ਕਾਰਨ ਫਸਲ ਦੀ ਕਟਾਈ ਵਿੱਚ ਦੇਰੀ ਹੋਈ ਹੈ ਤੇ ਅਜੇ ਵੀ ਮੰਡੀਆਂ ਵਿੱਚ ਆ ਰਿਹਾ ਝੋਨਾ ਕਿਸਾਨਾਂ ਨੂੰ ਆਪਣੀ ਫਸਲ ਪ੍ਰਾਈਵੇਟ ਹੱਥਾਂ ਵਿੱਚ ਵੇਚਣ ਲਈ ਮਜਬੂਰ ਕਰ ਰਿਹਾ ਹੈ ਤੇ ਮਾਫੀਆ ਰਾਹੀਂ ਬਾਹਰ ਵਾਲੇ ਸੂਬਿਆਂ ਤੋਂ ਆਈ ਝੋਨੇ ਦੀ ਫਸਲ ਜੋ ਪੰਜਾਬ ਦੀਆਂ ਮੰਡੀਆਂ ਵਿੱਚ ਵੇਚੀ ਜਾ ਰਹੀ ਹੈ ਉਸ ਤੇ ਆંકੜਿਆਂ ਨੂੰ ਲਿਆਉਣ ਲਈ ਪੰਜਾਬ ਸਰਕਾਰ ਇਹ ਚਾਲ ਚੱਲ ਰਹੀ ਹੈ। ਪੰਜਾਬ ਦੇ ਕਿਸਾਨ ਦੀ ਪੁੱਤਾਂ ਵਾਂਗੂ ਪਾਲੀ ਝੋਨੇ ਦੀ ਫਸਲ ਹਜੇ ਖੇਤਾਂ ਵਿੱਚ ਖੜੀ ਆ, ਪਰ ਪੰਜਾਬ ਸਰਕਾਰ ਨੇ, ਚੰਨੀ ਸਾਹਿਬ ਦੀ ਸਰਕਾਰ ਨੇ, ਕਾਂਗਰਸ ਪਾਰਟੀ ਨੇ ਫਰਮਾਨ ਜਾਰੀ ਕਰ ਦਿੱਤਾ ਕਿ ਝੋਨੇ ਦੀ ਖਰੀਦ ਤੇ ਪਾਬੰਦੀ ਲਾ ਦਿੱਤੀ, ਕਿਉਂਕਿ ਇਸ ਵਾਰ ਬੇਮੌਸਮੀ ਬਾਰਿਸ਼ ਹੋਣ ਦੇ ਕਾਰਨ ਫਸਲ ਦੀ ਕਟਾਈ ਲੇਟ ਸ਼ੁਰੂ ਹੋਈ ਆ ਔਰ ਲੇਟ ਸ਼ੁਰੂ ਹੋਣ ਦੇ ਕਾਰਨ ਹਜੇ ਮੰਡੀਆਂ ਵਿੱਚ ਜਿਹੜੀ ਆ ਉਹ ਝੋਨਾ ਆ ਰਿਹਾ ਹੈਗਾ, ਜੀਰੀ ਆ ਰਹੀ ਆ ਔਰ ਲਗਭਗ 25% ਦੇ ਕਰੀਬ ਜਿਹੜੀ ਝੋਨੇ ਦੀ ਫਸਲ ਆ ਹਜੇ ਖੇਤਾਂ ਵਿੱਚ ਖੜੀ ਹੈਗੀ। ਪਰ ਪੰਜਾਬ ਸਰਕਾਰ ਨੇ ਇਹ ਆਰਡਰ ਜਾਰੀ ਕਰਤਾ ਕਿ ਝੋਨੇ ਦੀ ਜਿਹੜੀ ਖਰੀਦ ਤੇ ਪਾਬੰਦੀ ਲਾਈ ਗਈ ਆ। ਆਮ ਆਦਮੀ ਪਾਰਟੀ ਦੇ ਰਾਘਵ ਚੱਡਾ ਨੇ ਭਗਵਾਨ ਵਾਲਮੀਕੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਤੇ ਚੱਡਾ ਨੇ ਕਿਹਾ ਕਿ ਦਿੱਲੀ ਸਿੱਖਿਆ ਵਿੱਚ ਪਹਿਲੇ ਸਥਾਨ ਤੇ ਹੈ, ਪਹਿਲੇ ਨੰਬਰ ਤੇ ਹੈ ਤੇ ਇਸ ਦੇ ਨਾਲ ਹੀ ਕੇਜਰੀਵਾਲ ਸਰਕਾਰ ਦੀ ਵੀ ਉਹਨਾਂ ਵੱਲੋਂ ਸ਼ਲਾਘਾ ਕੀਤੀ ਗਈ ਹੈ। आज मैं भगवान वाल्मीकि जी के दरबार में मत्था टेकने, आशीर्वाद लेने और महाकाव्य रामायण की रचना करने वाले शिक्षा के प्रतीक, मानवता के प्रतीक, शिक्षा का मार्गदर्शन देने वाले भगवान वाल्मीकि जी के दरबार में नतमस्तक होने आया हूं। केजरीवाल सरकार दिल्ली में वाल्मीकि भगवान के दिखाए गए रास्ते पर, आदर्श पर चलने की पूरी कोशिश कर रही है, जिसके चलते आज पूरे हिंदुस्तान में शिक्षा के क्षेत्र में दिल्ली को आज नंबर 1 कहा जाता है। दिल्ली में गरीब से गरीब आदमी को भी, गरीब से गरीब के बच्चे को भी अच्छी से अच्छी शिक्षा देने का काम अरविंद केजरीवाल जी की सरकार कर रही है और आज भगवान वाल्मीकि जी के दिखाए हुए रास्ते पर चलने की
एक छोटी सी कोशिश हम सब कर रहे हैं। आज मैं अपनी पार्टी के तमाम साथियों के साथ भगवान वाल्मीकि जी के दरबार में नतमस्तक होने आया हूं, उनसे आशीर्वाद लेने आया हूं। और आज एक ऐसी जगह जहां महाकाव्य कहे जाने वाले रामायण की रचना भगवान वाल्मीकि ने करी। ਲੁਧਿਆਣਾ ਪੁਲਿਸ ਨੇ ਸੋਸ਼ਲ ਮੀਡੀਆ ਪਲੇਟਫਾਰਮ ਕਲੱਬ ਹਾਊਸ ਤੇ ਧਰਮ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਮੁੱਖ ਦੋਸ਼ੀ ਅਨਿਲ ਅਰੋੜਾ ਦੇ ਨਾਲ ਸਹਿ ਦੋਸ਼ੀ ਉਮੇਸ਼ ਗਾਂਧੀ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਸਹਿ ਮੁਲਾਜ਼ਮਾਂ ਕੋਲੋਂ 10 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ ਤੇ ਇਸ ਘਟਨਾ ਵਿੱਚ ਹੁਣ ਤੱਕ ਕੁੱਲ 7 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। 247 ਰਜਿਸਟਰ ਕੀਤਾ ਗਿਆ ਸੀਗਾ 20/10/2021 ਨੂੰ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ ਅਨਿਲ ਅਰੋੜਾ ਤੇ ਉਹਦੇ ਹੋਰ ਸਾਥੀਆਂ ਦੇ ਖਿਲਾਫ ਵੱਖ-ਵੱਖ ਧਾਰਾ ਜਿਹੜੀਆਂ ਉਹਦੇ ਤੇ ਲਾਈਆਂ ਗਈਆਂ ਜਿਵੇਂ 295 153 ਏ 212 16 120 ਬੀ IPC ਔਰ ਉਹਦੇ 'ਚ ਅਸੀਂ 6 ਮੁਲਜ਼ਮ ਗ੍ਰਿਫਤਾਰ ਕੀਤੇ ਸੀ ਜਿਨ੍ਹਾਂ 'ਚ ਉਹਦਾ ਇੱਕ ਫੈਮਿਲੀ ਮੈਂਬਰ ਤੇ ਜਿਹੜੇ ਵੀ ਲੋਕ ਉਹਨੂੰ ਪਨਾਹ ਦਿੱਤੀ ਸੀ ਅਨਿਲ ਅਰੋੜੇ ਨੂੰ ਔਰ ਜਿੰਨੇ ਵੀ ਉਹਦੇ ਸਾਥੀ ਸੀਗੇ ਉਸੇ ਲੜੀ ਦੇ ਵਿੱਚ ਵੱਖ-ਵੱਖ ਟੀਮਾਂ ਵੱਖ-ਵੱਖ ਸਟੇਟਾਂ ਦੇ ਵਿੱਚ ਔਰ ਉਹਦੇ ਬਾਕੀ ਸਾਥੀਆਂ ਤੋਂ ਪੁੱਛਗਿੱਛ ਕਰਨ ਲਈ ਛਾਪੇ ਮਾਰਨ ਲਈ ਸਾਡੀਆਂ ਗਈਆਂ ਹੋਈਆਂ ਔਰ ਉੱਥੇ ਜਿਹੜੇ ਉਹਨੂੰ ਬੜੇ ਫਾਸਟ ਟਰੈਕ ਤੇ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸੇ ਸਿਲਸਿਲੇ 'ਚ ਇਨਵੈਸਟੀਗੇਸ਼ਨ ਕਰਦੇ ਹੋਏ ਉਮੇਸ਼ ਜਿਹੜਾ ਹੈਗਾ ਗਾਂਧੀ ਉਮੇਸ਼ ਕੁਮਾਰ ਗਾਂਧੀ ਇਹਨੂੰ ਅੱਜ ਗ੍ਰਿਫਤਾਰ ਕੀਤਾ ਗਿਆ। ਲੁਧਿਆਣੇ ਦਾ ਰਹਿਣ ਵਾਲਾ ਹੈ, ਇਹ ਉਹਦਾ ਸਾਥੀ ਹੈ ਔਰ ਇਹਨੇ ਆਪਣੇ ਬੈਂਕ ਖਾਤੇ 'ਚੋਂ 1 ਲੱਖ ਰੁਪਇਆ ਕਢਾ ਕੇ ਉਹਦੀ ਮਦਦ ਕੀਤੀ ਸੀਗੀ, ਉਹਨੂੰ ਪਹੁੰਚਾਇਆ ਸੀ। ਇਹਦੀ ਵੀ ਅੱਜ ਗ੍ਰਿਫਤਾਰੀ ਕੀਤੀ ਗਈ ਹੈ ਔਰ ਇਹਦੀ ਪੁੱਛਗਿੱਛ ਹੋਰ ਡਿਟੇਲ ਨਾਲ ਕੀਤੀ ਜਾ ਰਹੀ ਹੈ ਕਿ ਕੀ ਲਿੰਕ ਸੀ ਇਹਨਾਂ ਦੇ ਔਰ ਕਿਸ ਤਰ੍ਹਾਂ ਇਹਨੇ ਉਹਨੂੰ ਮਦਦ ਕੀਤੀ ਜਦੋਂ ਕਿ ਉਹ ਐਡੇ ਵੱਡੇ ਗੁਨਾਹ ਦੇ ਵਿੱਚ ਵਾਂਟਡ ਸੀ। ਮਿਸ਼ਨ ਪੰਜਾਬ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਤਰਥਵਾਨ ਮਾਰਜ ਵਿਖੇ ਪੁੱਜੇ ਤੇ ਉੱਥੇ ਉਹਨਾਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਆਪਣੀ ਪਾਰਟੀ ਦੇ ਪਹਿਲੇ ਉਮੀਦਵਾਰ ਦਾ ਨਾਮ ਐਲਾਨ ਦਿੱਤਾ ਤੇ ਦੱਸ ਦਈਏ ਕਿ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਹੇ ਸਰਬਜੀਤ ਸਿੰਘ ਮੱਖਣ ਨੂੰ ਭਾਰਤੀ ਕਿਸਾਨ ਯੂਨੀਅਨ ਚੜੂਨੀ ਦਾ ਉਮੀਦਵਾਰ ਐਲਾਨਿਆ ਗਿਆ। ਸਰਹੰਦ ਦੇ ਵਿੱਚ ਆ ਕਿਸਾਨਾਂ ਦੀ ਮੀਟਿੰਗ ਕੀਤੀ ਹੈ ਇੱਥੇ ਤੇ ਮਿਸ਼ਨ ਪੰਜਾਬ ਨੂੰ ਹੋਰ ਅੱਗੇ ਵਧਾਉਣ ਵਾਸਤੇ ਅੱਜ ਇਲਾਕੇ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਇਕੱਠੇ ਕੀਤਾ ਹੈ ਤੇ ਇਸ ਇਲਾਕੇ ਦੇ ਵਿੱਚ ਸਰਬਜੀਤ ਜੀ ਮੱਖਣ ਨੇ ਇਹਨਾਂ ਨੂੰ ਅਸੀਂ ਅੱਗੇ ਲਾਇਆ ਹੈ ਤੇ ਬੇਨਤੀ ਕੀਤੀ ਹੈ ਵੀ ਮਿਸ਼ਨ 2022 ਜਿਹੜਾ ਮਿਸ਼ਨ ਪੰਜਾਬ ਜਿਹੜਾ ਹੈ ਉਸ ਤੋਂ ਉਹਦਾ ਮਤਲਬ ਹੈ ਕਿ ਵੀ ਪੰਜਾਬ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਆਮ ਜਨਮਾਨਸ ਦਾ ਰਾਜ ਲਿਆਓ। ਰਵਾਇਤੀ ਜਿਹੜੀ ਪਾਰਟੀਆਂ ਹੈ ਉਹਨਾਂ ਨੂੰ ਪੰਜਾਬ ਤੋਂ ਬਾਹਰ ਕਰੋ, ਉਹਨਾਂ ਨੂੰ ਸੱਤਾ ਤੋਂ ਬਾਹਰ ਕਰੋ ਕਿਉਂਕਿ ਸਾਡੀ ਅੱਜ ਜਿਹੜੀ ਹਾਲਤ ਦੇਸ਼ ਦੀ ਕੀਤੀ ਹੈ ਅੱਜ ਦੇਸ਼ ਦਾ ਇਨਸਾਨ ਵੀ ਖਤਰੇ 'ਚ ਹੈ, ਦੇਸ਼ ਦੀ ਇਨਸਾਨੀਅਤ ਵੀ ਖਤਰੇ। ਪੰਜਾਬ ਦਾ ਟਰਾਂਸਪੋਰਟ ਵਿਭਾਗ ਹੁਣ ਹਰਕਤ ਵਿੱਚ ਆ ਗਿਆ ਹੈ ਤੇ ਪੰਜਾਬ ਦੇ ਮੋਗਾ ਵਿੱਚ ਐਸਡੀਐਮ ਪਵਨ ਗੁਪਤਾ ਵੱਲੋਂ ਬਿਨਾਂ ਐਨਓਸੀ ਦੇ ਚੱਲ ਰਹੀਆਂ 3 ਬੱਸਾਂ ਨੂੰ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ। ਦੱਸ ਦਈਏ ਕਿ ਬਿਨਾਂ ਐਨਓਸੀ ਤੋਂ ਚੱਲ ਰਹੀਆਂ 3 ਬੱਸਾਂ ਨੂੰ ਜ਼ਬਤ ਕੀਤਾ ਗਿਆ ਹੈ ਤੇ ਮੋਗਾ ਦੇ ਐਸਡੀਐਮ ਪਵਨ ਗੁਪਤਾ ਵੱਲੋਂ 3 ਬੱਸਾਂ ਨੂੰ ਜ਼ਬਤ ਕਰ ਲਿਆ ਗਿਆ ਹੈ। ਦੇ ਆਦੇਸ਼ ਮੁਤਾਬਕ ਜਿਨ੍ਹਾਂ ਦਾ ਟੈਕਸ ਡਿਊ ਹੈ ਉਹਨਾਂ ਦੀ ਚੈਕਿੰਗ ਚੱਲ ਰਹੀ ਹੈ ਤੇ ਅਸੀਂ 3 ਬੱਸਾਂ ਇੰਪਾਊਂਡ ਕੀਤੀਆਂ ਨੇ ਇਹਨਾਂ ਕੋਲੇ ਇਹ ਡਾਕੂਮੈਂਟਸ ਟੈਕਸ ਦੀ ਪੇਮੈਂਟ ਦੇ ਮਿਲ ਸਕਦੇ। ਤੇ ਸਰ ਕੀ ਪ੍ਰੋਗਰੈਸ ਕੀਤੀ ਜਾ ਰਹੀ ਹੈ ਉਸ ਦੇ ਉੱਪਰ ਜੀ? 3 ਬੱਸਾਂ ਇੰਪਾਊਂਡ ਕੀਤੀਆਂ ਨੇ ਉਹਨਾਂ ਤੇ ਜੋ ਬਣਦੀ ਕਾਨੂੰਨੀ ਕਾਰਵਾਈ। ਤੇ ਕਿਹੜੀਆਂ ਕੰਪਨੀਆਂ ਦੀਆਂ ਬੱਸਾਂ ਪਾਉਣ ਹੋਈਆਂ? ਤਾਂ ਰਾਜਧਾਨੀ ਦੀਆਂ ਸੀ, ਚੈਕਿੰਗ ਚੱਲਦੀ ਰਹੇਗੀ ਦੇਖਦੇ। ਫਿਰੋਜ਼ਪੁਰ ਦੇ ਪਿੰਡ ਬਾਜਤਪੁਰ ਸਾਹਿਬ ਦਾ ਇੱਕ ਵਿਅਕਤੀ ਸਰੇਆਮ ਚਿੱਟਾ ਵੇਚ ਰਿਹਾ ਸੀ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਫਿਰੋਜ਼ਪੁਰ ਪੁਲਿਸ ਨੇ ਸਵੇਰੇ ਸੁੱਤੇ ਪਏ 2 ਪੁਲਿਸ ਮੁਲਾਜ਼ਮਾਂ ਦੇ ਨਾਲ ਪਿੰਡ ਵਿੱਚ ਘਰ-ਘਰ ਦੀ ਤਲਾਸ਼ੀ ਲਈ ਤੇ ਅੱਜ ਸ਼ਾਮ ਨੂੰ ਨਸ਼ੇ ਖਿਲਾਫ ਵੀਡੀਓ ਬਣਾਉਣ ਵਾਲੇ ਇੱਕ ਗਰੁੱਪ ਅਤੇ ਇੱਕ ਪਰਿਵਾਰ ਦੇ ਮੈਂਬਰਾਂ ਵਿਚਕਾਰ ਫਿਰ ਤੋਂ ਜ਼ਬਰਦਸਤ ਲੜਾਈ ਹੋ ਗਈ ਜਿਸ ਦੌਰਾਨ ਇੱਕ ਨੌਜਵਾਨ ਜ਼ਖਮੀ ਹੋ ਗਿਆ।
ਸਾਡੇ ਇੱਥੋਂ ਦੇ ਗੁੰਡੇ ਰਹਿੰਦੇ ਨੇ ਸਾਡੇ ਪਿੰਡ, ਉਹਨਾਂ ਨੇ ਮੁੰਡੇ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ, ਨਾਲੇ ਹਾਕੀ ਮਾਰ ਕੇ ਭੱਜ ਗਏ ਨੇ ਤੇ ਨਜਾਇਜ਼ ਹਥਿਆਰ ਬੰਦੇ ਦੇ ਕੋਲੇ ਸੀ ਜੀ। ਹੁਣ ਐਸਐਸਪੀ ਸਾਹਿਬ ਆਏ ਨੇ, ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ 307 ਦਾ ਪਰਚਾ ਕੱਟਿਆ ਜਾਏਗਾ ਤੇ 2 ਦਿਨਾਂ ਬੰਦੇ ਅਰੈਸਟ ਕੀਤੇ ਜਾਣਗੇ। ਜੇ 2 ਦਿਨਾਂ 'ਚ ਬੰਦੇ ਅਰੈਸਟ ਨਹੀਂ ਹੁੰਦੇ ਫਿਰ ਸਾਡਾ 50 ਲੈਵਲ ਦਾ ਧਰਨਾ ਦਿੱਤਾ ਜਾਏਗਾ ਇੱਥੇ। ਪੰਜਾਬ ਦੇ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆ ਨੇ ਵਨ ਭਵਨ ਮੋਹਾਲੀ ਵਿੱਚ ਅਚਨਚੇਤ ਚੈਕਿੰਗ ਕੀਤੀ ਹੈ ਤੇ ਚੈਕਿੰਗ ਦੇ ਦੌਰਾਨ ਅਨੇਕਾਂ ਅਫਸਰ ਉਸ ਵੇਲੇ ਗੈਰ ਹਾਜ਼ਰ ਪਾਏ ਗਏ। ਇਸ ਦੌਰਾਨ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਡਿਊਟੀ ਦੌਰਾਨ ਕੰਮ ਵਿੱਚ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਪਹੁੰਚੇ ਤੇ ਸਰਹੱਦ ਤੇ ਪਹੁੰਚ ਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਵੀ ਉਹਨਾਂ ਨੇ ਕੀਤੇ ਤੇ ਨਵਜੋਤ ਸਿੰਘ ਸਿੱਧੂ ਮੰਗਲਵਾਰ ਸਵੇਰੇ ਹੀ ਆਪਣੇ ਲਾਮ ਲਸ਼ਕਰ ਨਾਲ ਕਰਤਾਰਪੁਰ ਕੋਰੀਡੋਰ ਪਹੁੰਚੇ ਤੇ ਨਵਜੋਤ ਸਿੰਘ ਸਿੱਧੂ ਨੇ ਭਾਰਤ ਪਾਕ ਸਰਹੱਦ ਤੇ ਖੜੇ ਹੋ ਕੇ ਗੁਰਦੁਆਰੇ ਦੇ ਦਰਸ਼ਨ ਕੀਤੇ ਤੇ ਇਸ ਦੌਰਾਨ ਉਹਨਾਂ ਨੇ ਕੋਈ ਵੀ ਸਿਆਸੀ ਗੱਲ ਨਹੀਂ ਕਹੀ। ਉਹਨਾਂ ਕਿਹਾ ਕਿ ਅੱਜ ਮੈਂ ਆਪਣੇ ਗੁਰੂ ਘਰ ਆਇਆ ਹਾਂ ਤੇ ਇੱਥੇ ਮੈਂ ਕੋਈ ਵੀ ਸਿਆਸੀ ਗੱਲ ਨਹੀਂ ਕਰਨੀ। ਨਵਜੋਤ ਸਿੰਘ ਸਿੱਧੂ ਅੱਜ ਪਰ ਉੱਤੇ ਵੀ ਜਾਇਆ ਨੇ ਉਹਨਾਂ ਤੋਂ ਪਰਮਿਸ਼ਨ ਲੈ ਲਓ ਜੇ ਜਦ ਕਹਿੰਦੇ ਕਿੰਨਾ ਟਾਈਮ ਲੈਣ ਲਈ ਜਾਣਾ ਲੋਕਾਂ ਗੇਟ ਖਲਵਾਇਆ ਤੁਸੀਂ ਸੁਖਦੇਵ ਗੁਰਬਾਜ ਨੂੰ ਪਤਾ ਗੁਰਬਾਜ ਜੀ ਮੈਂ ਜਾਣਦਾ ਉੱਥੇ ਦਰਸ਼ਨ ਨਹੀਂ ਕੀਤੇ ਕਦੇ। ਮੇਰਾ ਤਾਇਆ ਉਹਨੇ ਦਰਸ਼ਨ ਨਹੀਂ ਕੀਤੇ। ਮੇਰਾ ਤਾਇਆ ਇੱਥੇ ਹਰ ਸਾਲ ਆਉਂਦਾ। ਮੇਰਾ ਫਾਦਰ 2 ਸਾਲਾਂ 'ਚ ਇੱਕ ਵਾਰ ਆਉਂਦਾ। ਮੇਰੀ ਮਦਰ ਨਾਲ ਮੈਂ ਨਿੱਕਾ ਜਿਹਾ ਹੁੰਦਾ ਉਦੋਂ ਕਿਹੜਾ ਮੈਂ MP ਹੁੰਦਾ, ਇੱਦਾਂ ਛੋਟਾ ਜਿਹਾ ਹੁੰਦਾ ਗੋਦੀ 'ਚ। ਲੇਕਿਨ ਮੇਰਾ ਫਾਦਰ ਮੇਰਾ ਤਾਇਆ ਇੱਥੇ ਮਿੱਟੀ ਨੂੰ ਚੁੰਮ ਕੇ ਰੋਂਦਾ ਹੁੰਦਾ। ਮੇਰਾ ਤਾਇਆ ਉਹਦੀ ਸਾਰੀ ਆਖਰੀ 15-20 ਸਾਲ ਮੇਰੇ ਤਾਈ ਤੇ ਗੁਰਦੁਆਰਿਆਂ 'ਚ ਗੁਜ਼ਰੇ। ਚੰਬਾ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਹਰ ਸਾਲ ਸੜਕ ਹਾਦਸੇ ਵਾਪਰਦੇ ਨੇ ਤੇ ਇਸ ਵਿੱਚ ਕਈ ਲੋਕਾਂ ਦੀ ਕੀਮਤੀ ਜਾਨਾਂ ਚਲੀ ਜਾਂਦੀਆਂ ਨੇ, ਇਸ ਹਾਦਸੇ ਦਾ ਸ਼ਿਕਾਰ ਹੋ ਜਾਂਦੀਆਂ ਨੇ ਤੇ ਇਸ ਦਾ ਖਾਮਿਆਜ਼ਾ ਉਹਨਾਂ ਦੇ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ। ਪਰ ਜਦੋਂ ਜਾਣ-ਬੂਝ ਕੇ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਹਾਦਸਿਆਂ ਦੀ ਗਿਣਤੀ ਵੱਧ ਜਾਂਦੀ ਹੈ ਤੇ ਅਜਿਹੀ ਲਾਪਰਵਾਹੀ ਦਾ ਮਾਮਲਾ ਇੱਕ ਸਾਹਮਣੇ ਆਇਆ ਚੰਬਾ ਤੋਂ, ਜਿੱਥੇ ਚੰਬਾ ਵਿੱਚ ਸ਼ਰਾਬ ਪੀ ਕੇ ਬੱਸ ਚਲਾਉਣ ਦੇ ਸਵਾਰੀਆਂ ਨੇ ਪੜਾਸ ਕੱਢੀ ਹੈ ਡਰਾਈਵਰ ਤੇ ਬੱਸ ਵਿਚਾਲੇ ਖੜੀ ਕਰਕੇ सवारी नीचे उतर गए थे, उन्होंने अपनी पड़ास कड्डी है। ये बस जिसमें हम आ रहे थे ये बैरागढ़ से चली हुई बस है। रास्ते में ड्राइवर जो है चेंज हो गया था, एक बार ट्रक के साथ भी लग चुकी है बस ऑलरेडी, एक बार ठुक चुकी है ट्रक के साथ, मगर अभी भी बहुत बाल बाल बस जो है बची है। अगर बस शायद बंद ना होती तो नीचे गिराते। ये देखिए इस तरह से ड्राइवरों का मतलब इस तरह से हालत है। मैं ट्रेलर से बैठा हूँ और ये वहाँ पर फ्रंट सीट में बैठा हुआ था ड्राइवर, और दूसरा ड्राइवर गाड़ी चला रहा था और इसने पहले से शराब पी रखी थी। इसका हालात ऐसे थे, ये बातें भी ऐसे कर रहा था। और वहाँ पर इसने एक मंदवाड़ जगह पर इसने एक बोतल दूसरे ड्राइवर से शराब की मंगाई और इसने अपने पास रखी, और जब भड़ों में वो उतर गया उस समय इसने क्या किया, वो बाहर निकल गया ये ड्राइवर और वो लगा के आया फिर दोबारा। तो ड्राइवर था ये बीच में चेंज हो गया यहाँ भड़ो नाम की जगह में, और दूसरा ड्राइवर जो उतर गया। ये ड्राइवर जो गाड़ी में बैठा था ये गाड़ी में ही पहले से ही शराब पी रहा था बीच बीच में, मगर हमें पता नहीं था कि ये ड्राइवर है। जब इसने गाड़ी चलाना शुरू कर दी तो बीच में इसने गाड़ी यहाँ वहाँ घुमाना शुरू कर दी, और बीच में एक ट्रक आ रहा था बजरी लेकर के, उसके साथ इन्होंने लगा दी गाड़ी, और हमने मना कर दिया कि गाड़ी बंद कर दो आप, आगे हमने नहीं आना आपके साथ, तो आपके बस का काम नहीं है ये। और हमारे कहने के बावजूद भी ड्राइवर ने हमारी बात नहीं सुनी और आगे गाड़ी लेकर के चल पड़ा। कोरोना की दूजी लहर दौरान मारे गए लोगों के अंतिम संस्कार के नाते पंचकूला च एक वड्डे कपले का मामला सामने आया है, जिथे उन्हों का अंतिम संस्कार करने लई नगर निगम की टीम बनाई गई सी। इस टीम के हर एक मैंबर नूं मृतक दे अंतिम संस्कार लई 2000 रुपये मुआवजा दिता जाना सी, पर लोगों का कहना है कि अजे तक मुआवजा नहीं दिता गया। इस घोटाले की शिकायत होने के बाद नगर निगम कमिश्नर ने मामले की जांच पड़ताल करने लई हुक्म दे दिते ने, ते जिस दे चलते नगर निगम के अधिकारियों ते सवाल भी खड़े हो गए ने।
के समय में पंचकुला में जिन लोगों की मौत हुई उनका अंतिम संस्कार करने के लिए हरियाणा सरकार की ओर से उन लोगों को मुआवजा देने की बात हुई थी जिन लोगों ने ग्राउंड लेवल पर काम किया। लेकिन अब पंचकुला नगर निगम की कार्यप्रणाली पर सवाल खड़े हो गए हैं, क्योंकि उन्हीं लोगों को मुआवजा देने के नाम पर बड़ा घोटाला हुआ है। करीब 1 करोड़ रुपए की रकम का यह घोटाला हुआ। इसकी शिकायत नगर निगम को दी गई है, जिसके बाद अब नगर निगम ने इस मामले में इंक्वायरी मार्क कर दी है। हमारे साथ इस समय मौजूद हैं पंचकुला के आरटीआई एक्टिविस्ट देवराज शर्मा, जिन्होंने इस मामले में पूरी शिकायत दी और अब नगर निगम के अधिकारी इस मामले में जांच कर रहे हैं। तो सबसे पहले देवराज जी, बड़ा सवाल यही था कि आखिरकार पूरा मामला था क्या और आपकी पकड़ में आया कैसे? ये मामला ये था कि मेरे पास यूएलबी की एक लेटर थी, उसमें ये लिखा हुआ था कि भाई ग्राउंड लेवल पे 4 या 5 कर्मचारियों की ड्यूटी नगर निगम कमिश्नर लगाएगा और पूरे पंचकुला में जितने भी संस्कार होंगे ग्राउंड लेवल के आदमी केवल उनको 2000 रुपये पर बॉडी पर मेंबर सरकार इंसेंटिव देगी। तो इन्होंने क्या किया, उसका फ़ायदा ये उठाया कि जो लोग वहाँ काम कर रहे थे, जो लोग संस्कार कर रहे थे, आज भी वो मौजूद हैं, उनकी लिस्ट भी है मेरे पास। उनको ये मालूम नहीं था कि भी कोई पैसा सरकार देने वाली है। इन अधिकारियों को पता था। इन्होंने उसका फ़ायदा उठाते हुए इन्होंने क्या किया कि एकदम से बिल बना करके अपने चहेते जो भी आदमी थे, अंदर कुछ छोटे ऑफिसर भी थे, बड़े भी शामिल हुए, इन्होंने तकरीबन 1 करोड़ रुपए के बिल बना दिए। किसी का 20 लाख, किसी का 10, किसी का, वो लिस्ट मेरे पास मौजूद है, मैंने दी भी है शिकायत के साथ। तो उस लिस्ट में तो जैसे ही वो लिस्ट बाहर आई, दूसरे दिन इन्होंने 36 लाख रुपए की पेमेंट कर दी, पार्ट पेमेंट्स कर दी। तो करीब उसी दिन 11 बजे के करीब मेरे को किसी ने बताया कि भी इस तरीके से पेमेंट गलत हो रही है। तो मैं यहाँ आया, मैंने सारी डॉक्यूमेंट्स निकलवाए और डॉक्यूमेंट्स के बाद मैंने कमिश्नर को मिला और कमिश्नर साहब ने मेरे को ये आश्वासन दिया कि शर्मा जी मैं इसकी जांच करवाऊंगा। मेयर ने नहीं कहा, मेयर तो ये कह रहा था आप निराधार, आप झूठ बोलते हो। मैंने कहा जी मेरी झूठी साबित कर दो ना, आप इंक्वायरी क्यों करवा रहे हो। उसके बावजूद भी इंक्वायरी मार्क हुई। इंक्वायरी यहाँ एक वो है जॉइंट कमिश्नर। तो आपने रिकॉर्ड कहाँ से लिया था? जो मौतों का आंकड़ा है, जो डेड बॉडीज जिनका अंतिम संस्कार किया गया, उनके डाटा के अंदर भी कुछ गड़बड़ झाला है, वो किस तरीके का है? कि मैंने सेक्टर 6 के डॉक्टर नरवाल हैं जो कोविड को देखते थे, उनसे मैंने रिपोर्ट मांगी। तकरीबन 478 उन्होंने मेरे को लेटर दिया कि भी 478 आदमी पंचकुला के अंदर जिनकी डेथ हुई है ऑफिशियली, तो 478 हुई। उसके बाद में शमशान घाट 20 में भी गया, मैं 28 में भी गया। दोनों शमशान घाटों के रजिस्टर में मैंने कुछ गिनती की, तो अगर वो सारी गिनती भी कर ली जाए तो करीब 700 के बनती है। ठीक है। पर जब मैंने यहाँ देखा नगर निगम की लिस्ट में, तो ये 980 आदमी के, ये बता रहे हैं 970, पर पेमेंट दे रहे हैं 980 आदमी। तो क्या, जैसे आपने रिकॉर्ड भी मांगा, आरटीआई भी ली है, तो उसके अंदर है कि अगर कोई पंचकुला का ना रहने वाला हो, उसका अंतिम संस्कार पंचकुला में किया जाए, तो क्या उनको भी ये मुआवजा दे सकते हैं? इसमें सबसे बड़ा घोटाला ये भी एक है कि जो यहाँ पंचकुला के अंदर जिसकी डेथ हुई, मान लो कालका हुई, पिंजौर हुई, उनकी सरकारी हॉस्पिटल्स में उनके संस्कार तो ठीक है। अब ये लोग क्या कह रहे हैं कि हमने बाकी जो संस्कार हैं वो कर दिए प्राइवेट हॉस्पिटल जो वहाँ डेथ हुई। तो जो प्राइवेट हॉस्पिटल्स वाले हैं उनका भी इनके पास कोई रिकॉर्ड नहीं। क्या प्राइवेट हॉस्पिटल, मान लो पारस है या कोई भी है, तो क्या उन्होंने सीएमओ को लेटर दिया कि भी हमारे इतने आदमी, तो वो भी रिकॉर्ड होना चाहिए। ठीक है, मगर वो रिकॉर्ड नहीं है इनके पास। और जो ग्राउंड लेवल पे 4-5 लोग जो काम कर रहे थे, जो निचले तबके के कर्मचारी थे, उसके अलावा कौन कौन इस लिस्ट के अंदर डाले गए हैं जिनको नगर निगम की तरफ से मुआवजा दिया जा रहा है? किस लेवल के वो अधिकारी और किन की भूमिका इसके अंदर रही है जो पूरा घोटाला हुआ है? इसमें सबसे ये पेमेंट जो होनी थी ग्राउंड लेवल स्वीपर्स को होनी थी। उसके बाद इन्होंने क्या किया, सबसे पहले तो एक सीएसआई था मदन, जिसकी यहाँ से ट्रांसफर हो चुकी है, करीब 4.25 लाख रुपए उसके बनाए इन्होंने, उसकी कुछ अटेंडेंस लगाई, जबकि वो शमशान घाट में कभी गया भी नहीं होगा, ना उसने कोई बॉडी चलाई। उसके बाद एक एएसआई है अजय सूद, उसके 19,80,000 रुपए बने हुए हैं, 19,80,000, और इसकी ड्यूटी थी केवल इंस्पेक्शन की। ये उन ग्राउंड लेवल के आदमियों की हाजिरी लगाता था, ना कि ये संस्कार करता था। इसकी पेमेंट नहीं बनती। 19,80,000 में से 4-5 लाख रुपए ले भी चुका है ये। ठीक है, ये गलत है। एक सतवीर है एएसआई,
उसको भी गलत दी पेमेंट। उसके बाद एक है प्रवेश नाम का आदमी, जो वैसे उसकी भर्ती स्वीपर की है मगर वो यहाँ ऑफिसर रैंक का है, क्योंकि वो सारी सेटलमेंट वही करता है। हो सकता बड़े लेवल के, हायर लेवल के, आपने अपनी शिकायत में किन अधिकारियों का जिक्र किया कि उनकी भूमिका इसके अंदर हो सकती है? इसमें सबसे ज़्यादा बड़ी भूमिका जो है इसमें रोल अदा किया है तो यहाँ डिप्टी कमिश्नर है मिस्टर सूरा। ओके, सूरा साहब के ये जो भी ये लिस्ट बनाई है, जिस तरीके की बनी है, जिन लोगों के नाम डालेंगे हैं, ये सारा उन्हीं से ही सलाह मशवरा हुआ है और उन्हीं के साथ ही हुआ है। वो पहले भी कई मामलों में इस तरीके से गलत काम करते रहे हैं और आज भी मतलब उनकी जो है स्थिति वही है, वही रोल अदा कर रहे हैं जिस तरीके से वो पहले करते रहे हैं। इस मामले में आपकी तरफ से नगर निगम के अधिकारियों को शिकायत दी गई है। फिलहाल निगम के कमिश्नर हैं, उन्होंने इंक्वायरी भी मार्क कर दी है, लेकिन डीएमसी लेवल के जो अधिकारी हैं उनके खिलाफ शिकायत है और जॉइंट कमिश्नर लेवल के जो अधिकारी हैं उनको इंक्वायरी के लिए दिया गया है। तो कहीं ना कहीं आप इस मामले की जांच से संतुष्ट हैं कि सही तरीके से जांच हो पाएगी? मेरी संतुष्टि तो ये है कि कमिश्नर साहब ने जो आश्वासन दिया है कि जांच सही होगी। और दूसरी बात, मैंने ये मांग की थी कि शिकायतकर्ता यानी कि मुझे भी उस कमेटी में शामिल किया जाए, तो उन्होंने मुझे आश्वासन दिया है कि आपको हर जांच के टाइम में बुलाया जाएगा। तो मुझे विश्वास है कि वो बुलाएंगे। अगर वो नहीं बुलाते हैं, मेरी संतुष्टि नहीं होती है, तो मैं हाई लेवल की इंक्वायरी की मांग भी करूँगा। तो इस मामले में आपने कहीं और कोई शिकायत दी हो, पुलिस को दी हो, विजिलेंस को दी हो, या सीएम साहब को कोई शिकायत भेजी गई हो, सीएम विंडो पे कोई शिकायत की गई हो, इस तरीके से कोई कार्रवाई की गई हो आपकी ओर से? तो सबसे पहले मैंने सीएम विंडो पे शिकायत दी थी। वो शिकायत यहीं नगर निगम में है और जॉइंट कमिश्नर के पास है और उसके लिए 11 तारीख को मुझे बुलाया गया है, लेटर भेजा हुआ है उन्होंने मेरे को। उसके बाद यूएलबी में मैंने लेटर दिया था, अपने सीएम साहब को दिया है, अनिल विज को दिया है और एसीएस को दिया है। और यूएलबी से भी मुझे एक लेटर प्राप्त हुआ है और एक इन्होंने कमिश्नर को लिखा है कि भी इसकी प्रॉपर जांच करके कंपनी शिकायतकर्ता को भी तसल्ली करवाओ और उनको रिपोर्ट दो और हमें भी प्रॉपर रिपोर्ट दो। तो ये पूरा मामला पंचकुला में निकलकर सामने आया है। कोरोना की वो बीमारी जिसने सबके दिलों को दहला दिया था, पूरे देश को लॉकडाउन के अंदर बंद कर दिया था। अब उन्हीं लोगों के मामले के अंदर एक पूरा विवाद खड़ा हो गया है, क्योंकि कहीं ना कहीं मामला करोड़ों रुपए से जुड़ा हुआ है। कुछ अधिकारियों की मिलीभगत की गई है जिन पर आरोप लगा है। इस मामले की जांच नगर निगम पंचकुला के कमिश्नर ने जॉइंट लेवल के अधिकारियों को सौंप दी। अब देखना यह होगा कि इस मामले के अंदर क्या जांच में निकलकर सामने आता है और किन अधिकारियों पर क्या कार्रवाई हो पाती है। कैमरामैन कपिल नागपाल के साथ अमित शर्मा, इंडिया न्यूज़ हरियाणा। कुल्लू ਜ਼ਿਲ੍ਹਾ ਹੈੱਡਕੁਆਰਟਰ ਦੇ ਢਾਲਪੁਰ ਵਿੱਚ ਚਾਈਲਡ ਲਾਈਨ ਤੇ ਦੋਸਤੀ ਪ੍ਰੋਗਰਾਮ ਤਹਿਤ ਹਸਤਾਖਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਸ ਦੌਰਾਨ ਕੁੱਲੂ ਦੀ ਡਿਪਟੀ ਕਮਿਸ਼ਨਰ ਆਸ਼ੂਤੋਸ਼ ਗਰਗ ਤੇ ਸਥਾਨਕ ਲੋਕਾਂ ਨੇ ਵੀ ਦਰਖਾਸਤ ਕੀਤੇ ਨੇ, ਦਸਤਖਤ ਕੀਤੇ ਨੇ। टेलीफोन नंबर एक टोल फ्री नंबर है, 24 घंटे काम करता है और 24 घंटे जो काम करता है वो कोई भी, अगर कोई भी आदमी कहीं से उस 109 पर फ़ोन करेगा तो चाइल्ड लाइन की टीम जो है वो उस बच्चे तक कोशिश करती है कि जल्द से जल्द वो उस बच्चे तक पहुंचे और उसकी जितनी भी सुविधाएं हैं, जितनी भी उसको ज़रूरत है, अगर उसका पुलिस का केस बन रहा है तो पुलिस में कंप्लेंट होगी। प्लस अगर वो बच्चे के पास कोई रहने की जगह नहीं है, कोई और चीज़ें नहीं है, तो हम एज़ फर्स्ट इमरजेंसी सर्विस हम उसको उसके रिलेटेड जहाँ पर जो सर्विस जिस भी डिपार्टमेंट से, जिस भी मैजिस्ट्रेट बॉडी से उसको दिलानी है, उसके लिए हम काम करते हैं। सिचुएशन में जो भी 109 पर फ़ोन करेगा उसकी आइडेंटिटी कभी भी इनक्लोज नहीं होती है। उसमें चाइल्ड लाइन खुद अपने आप और पुलिस जो है उसमें खुद कंप्लेनेंट बनती है और हम लोग केसेस को आगे फिर पुलिस के माध्यम से ले जाते हैं। सो फिलहाल इस बुलेटिन ਦੇ ਵਿੱਚ ਇੰਨਾ ਹੀ। ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਇੰਡੀਆ ਨਿਊਜ਼ ਪੰਜਾਬ। ਧੰਨਵਾਦ।